ਜਿਹੜਾ ਭਾਰਤ ਜਮਹੂਰੀਅਤ ਦਾ ਢੋਲ ਵਜਾਉਂਦਾ ਹੈ, ਮੈਨੂੰ ਇਹ ਲੱਗਦਾ ਵੀ ਇਹ ਕਿਤੇ ਇਸ ਕਰੀਬ ਤੇ ਨਹੀਂ ਆ ਗਿਆ ਵੀ ਫੌਜ ਨੇ ਹੀ ਜਿਹੜਾ ਉਹ ਅਲਟੀਮੇਟਲੀ ਹੁਣ ਰਨ ਕਰਨਾ ਹੈ ਮੁਲਕ। ਇੱਕ ਤਾਂ ਟਰਮ ਇਹ ਯੂਜ਼ ਹੋ ਰਹੀ ਹੈ ਕਿ ਫੌਜ ਦਾ ਭਗਵਾਕਰਨ ਹੋ ਗਿਆ। ਮੈਨੂੰ ਲੱਗਦਾ ਉਹ ਤਾਂ ਭਗਵਾਕਰਨ 2014 ਤੋਂ ਹੀ ਸ਼ੁਰੂ ਹੋ ਗਿਆ ਸੀ। ਇਸ ਵੇਲੇ ਉਹਨਾਂ ਦੇ ਸਿਆਸੀ ਲੀਡਰ ਜਿਹੜੇ ਨੇ ਉਹਨਾਂ ਨਾਲੋਂ ਵੀ ਜਿੰਨੀ ਤਿੱਖੀ ਸੁਰ ਫੌਜੀ ਚੀਫ ਦੀ ਪੋਲੀਟੀਕਲ ਸਟੇਟਮੈਂਟਸ ਦੇ ਉੱਤੇ ਹੈ, ਇਹ ਕਾਬੂਓਂ ਬਾਹਰ ਹੋ ਰਿਹਾ ਕੰਮ। ਲੇਕਿਨ ਜਿਹੜਾ ਬਾਰ-ਬਾਰ ਉਹਨਾਂ ਦਾ ਇੱਕ ਡਰ ਹੈ, ਜਿਹੜਾ 7, 8, 9, 10 ਮਈ ਨੂੰ ਪਾਕਿਸਤਾਨ ਨੇ ਜਿਹੜਾ ਇਹਨਾਂ ਨੂੰ ਡੂੰਘੀ ਸੱਟ ਲਾਈ ਹੈ, ਜਿਹੜੀ ਰਿਸ ਰਹੀ ਹੈ, ਉਸ ਚੋਂ ਨਿਕਲਦੇ ਆ ਕਹਿੰਦੇ ਨੇ ਦੇਖੋ हमने ऑपरेशन संदूर में पाकिस्तान को सबक सिखाया। Army chief said Operation Sandoor was just a trailer that ended in 88 hours. ਕਿ ਜੇ ਹੁਣ ਸਾਨੂੰ ਪਾਕਿਸਤਾਨ ਨੇ ਕੋਈ ਮੌਕਾ ਦਿੱਤਾ ਤੇ ਅਸੀਂ ਉਹਨਾਂ ਨੂੰ ਸਬਕ ਸਿਖਾਵਾਂਗੇ ਤੇ ਦੱਸਾਂਗੇ ਕਿ ਭਾਈ ਜਿਹੜਾ ਕਿਵੇਂ ਜਿਹੜਾ ਇੱਕ ਗਵਾਂਢੀ ਮੁਲਕ ਵਾਂਗ ਰਹੀਦਾ। ਫਿਰ ਉਹ ਕਹਿ ਰਿਹਾ ਟਾਕਸ ਐਂਡ ਟੈਰਰ ਕਾਂਟ ਗੋ ਟੁਗੇਦਰ, blood and water cannot flow together. We are committed to a peaceful process and we will cooperate with it. Until then we will treat terrorists and their sponsors alike. ਹੁਣ ਇਹ ਸਟੇਟਮੈਂਟ ਫੌਜੀ ਚੀਫ ਦੇ ਰਿਹਾ ਹੈ ਕਿ ਜੀ blood and water can't flow together. It's a political statement totally. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਫੌਜੀ ਮੁਖੀ ਜਨਰਲ ਦ੍ਰਿਵੇਦੀ ਪਾਕਿਸਤਾਨ ਨੂੰ ਬਾਰ-ਬਾਰ ਧਮਕੀਆਂ ਦੇ ਰਿਹਾ ਹੈ ਔਰ ਇੱਕ ਸਮਾਗਮ ਦੌਰਾਨ ਉਸਨੇ ਕਿਹਾ ਕਿ ਆਪਰੇਸ਼ਨ ਸੰਦੂਰ ਤਾਂ ਇੱਕ ਟ੍ਰੇਲਰ ਸੀ ਜਿਹੜਾ ਕਿ 88 ਘੰਟੇ ਚੱਲਿਆ, ਪਰ ਜੇ ਹੁਣ ਪਾਕਿਸਤਾਨ ਨੇ ਮੁੜ ਕੇ ਸਾਨੂੰ ਮੌਕਾ ਦਿੱਤਾ ਸੋ ਫਿਰ ਅਸੀਂ ਉਸ ਨੂੰ ਸਬਕ ਸਿਖਾਵਾਂਗੇ ਕਿ ਚੰਗੀ ਗਵਾਂਢੀ ਜਿਹੜੇ ਵਾਂਗ ਕਿਵੇਂ ਰਹੀਦਾ ਹੈ। ਸੋ ਇਸ ਕਿਸਮ ਦੀਆਂ ਜਿਹੜੀਆਂ ਧਮਕੀਆਂ ਜਿਹੜੇ ਨੇ ਪਿੱਛੇ ਕਿਸ ਕਿਸਮ ਦੀ ਜਿਹੜੀ ਹੈ ਮਾਨਸਿਕਤਾ ਕੰਮ ਕਰ ਰਹੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੀ ਦੁਨੀਆ 'ਚ ਬੇਸ਼ੱਕ ਹੁਣ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੁੰਦੀ ਹੈ ਔਰ ਵੱਡੀ ਡਿਬੇਟ ਇਸ ਵੇਲੇ ਵੱਡੇ ਸਰਕਲਸ 'ਚ ਚੱਲ ਰਹੀ ਹੈ ਕਿ ਕੱਲਾ ਇਹੀ ਨਹੀਂ ਕਿ ਸਾਡੀ ਸਿਵਲ ਲਾਈਫ ਦਾ ਜਾਂ ਜਿਹੜੀਆਂ ਨੌਕਰੀਆਂ ਨੇ ਜਾਂ ਉਹਨਾਂ 'ਚ ਕਿਵੇਂ ਇਹ ਸਾਰਾ ਇੱਕ ਵੱਡਾ ਬਦਲਾਅ ਹੋਏਗਾ। ਵੱਡੇ ਵੱਡੇ ਜਾਇੰਟ ਇਸ ਦੇ ਉੱਤੇ ਆਪਸੀ ਜਿਹੜਾ ਉਹ ਸਿਰ ਅੜਾ ਵੀ ਰਹੇ ਨੇ, ਸਿਰ ਜੋੜ ਵੀ ਰਹੇ ਨੇ। ਲੇਕਿਨ ਜਿਹੜੀ ਵਾਰਫੇਅਰ ਹੈ ਆਉਣ ਵਾਲੀ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਉਸ ਨਾਲ ਕਿਹੋ ਜਿਹੀ ਹੋਏਗੀ, ਹਿਊਮਨ ਬੀਇੰਗਸ ਅਦਰ ਦੈਨ ਕਿ ਸਕੀਮ ਲੜਾਉਣ ਜਾਂ ਉਦੋਂ ਤੱਕ ਮਹਿਦੂਦ ਹੋਏਗਾ ਜਾਂ ਇਸ ਤੋਂ ਵੀ ਗੱਲ ਕੋਈ ਅੱਗੇ ਜਾਏਗੀ। ਪਰ ਇੱਕ ਪਾਰਟ ਜਿਹੜਾ ਅਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵਾਰ ਦੇ ਵਿੱਚ ਇਸਤੇਮਾਲ ਦੀ ਗੱਲ ਤਾਂ ਬਾਅਦ ਦੀ ਹੈ, ਲੇਕਿਨ ਇੱਕ ਗੱਲ ਜਿਹੜੀ 19ਵੀਂ 20ਵੀਂ ਸਦੀ 'ਚ ਖਾਸ ਤੌਰ 'ਤੇ 20ਵੀਂ ਸਦੀ ਤੱਕ ਇਹ ਮੈਚਿਓਰ ਸੀ ਗੱਲ ਕਿ ਜਿਹੜਾ ਵਿਰੋਧੀ ਹੈ, ਬੇਸ਼ੱਕ ਉਹ ਬਾਦਸ਼ਾਹ ਹੈ ਜਾਂ ਜਨਰਲ ਹੈ ਜਾਂ ਕੋਈ ਐਮਪਾਇਰ ਦਾ ਮਾਲਕ ਹੈ ਜਾਂ ਐਮਪਾਇਰ ਨੂੰ ਲੀਡ ਕਰਦਾ ਹੈ, ਉਸ ਦੀ ਸਾਈਕੋਲੋਜੀ ਕੀ ਹੈ, ਉਹਦਾ ਮਨੋਵਿਗਿਆਨ ਕੀ ਹੈ। ਹੁਣ ਜਦੋਂ ਅਸੀਂ ਬੈਕ ਜਾ ਕੇ 20ਵੀਂ ਸਦੀ ਦੇ ਡਿਕਟੇਟਰਸ, ਉਹ ਹਿਟਲਰ ਹੋਏ, ਮਸੋਲਨੀ ਹੋਏ, ਜਾਂ ਸਾਡੇ ਖਿੱਤੇ 'ਚ ਕਹਿਣਾ ਹੋਏ ਤਾਂ ਇੰਦਰਾ ਗਾਂਧੀ ਹੋਏ, ਔਰ ਹੁਣ ਜਦੋਂ ਕਿ ਪੁਤਿਨ ਜਾਂ ਨੇਤਨਯਾਹੂ ਜਾਂ ਮੋਦੀ, ਇਹਨਾਂ ਸਾਰਿਆਂ ਵੱਲ ਨਜ਼ਰ ਜਾਂਦੀ ਹੈ ਤੇ ਇਹਨਾਂ ਦੇ ਪ੍ਰੋਫਾਈਲ ਬਣੇ ਹੋਏ ਨੇ ਵੀ ਇਹ ਕਿਤੇ ਨਾ ਕਿਤੇ ਸਾਈਕੋਲੋਜੀਕਲੀ, ਜਿਹਦੇ ਲਈ ਲਫ਼ਜ਼ ਮਨੋਵਿਗਿਆਨ ਹੈ ਪੰਜਾਬੀ ਦਾ, ਜਾਂ ਸ਼ਾਇਦ ਇਸ ਨੂੰ ਜਿਹੜਾ ਹੈ ਉਹ ਜ਼ਿਹਨੀ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਬਿਮਾਰ ਨੇ। ਕਿਸੇ ਦਾ ਟਰਬਲਡ ਚਾਈਲਡਹੁੱਡ ਹੈ, ਬਚਪਨ ਜਿਹੜਾ ਉਹ ਤਕਲੀਫ 'ਚੋਂ ਗੁਜ਼ਰਿਆ, ਕੋਈ ਵੈਸੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੈ, ਜਾਂ ਜਿਹੜੀ ਹਿਊਮਨ ਪਰਸਨੈਲਿਟੀ ਹੈ ਉਹਨੂੰ ਬਿਲਡ ਕਰਨ ਦੇ ਵਿੱਚ ਜਾਂ ਉਸਨੇ ਕੀ ਰੁਖ ਲੈਣਾ ਹੈ, ਬਹੁਤ ਸਾਰਾ ਕੁਝ ਬਚਪਨ ਤੈਅ ਕਰਦਾ ਹੈ। ਸਰਕਮਸਟਾਂਸਿਸ, ਮਾਪਿਓ ਨੇ ਤੁਹਾਨੂੰ ਕਿਵੇਂ ਪਾਲਿਆ, ਕੁਛ ਜਿਹੜੇ ਗੁਰਬਤ ਦੇ ਮਾਰੇ ਹੋਏ ਨੇ, ਕੁਛ ਬਹੁਤ ਅਮੀਰੀ 'ਚੋਂ ਗੁਜ਼ਰਦੇ ਨੇ, ਉਹ ਉਹਨਾਂ ਦੀਆਂ ਜਿਹੜੀਆਂ ਨਰਵਸ ਨੇ ਜਾਂ ਉਹਨਾਂ ਦੀ ਸੈਂਸਿਟੀਵਿਟੀਜ਼ ਹੈ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ। ਪਰ ਇੱਕ ਗੱਲ ਜ਼ਾਹਰ ਹੈ ਕਿ ਜਿਹੜਾ ਡਰਿਆ ਹੋਇਆ ਬੰਦਾ ਹੁੰਦਾ, ਬਿਲਕੁਲ ਜਿਹੜਾ ਫੀਅਰ 'ਚ ਹੁੰਦਾ, ਉਹ ਬਾਰ-ਬਾਰ ਇਹ ਗੱਲ ਜ਼ਰੂਰ ਕਹੇਗਾ ਵੀ ਮੈਂ ਤਾਂ ਨਹੀਂ ਡਰਦਾ। ਇਹ ਵੀ ਉਸ ਦਾ ਡਿਫੈਂਸ ਹੈ ਆਪਣੇ ਅੰਦਰਲੇ ਡਰ ਨੂੰ ਜਿਹੜਾ ਉਹ ਕਰਨ। ਔਰ ਇਸੇ ਤਰ੍ਹਾਂ ਜਿਹੜੇ ਬੁਲੀ ਹੁੰਦੇ ਨੇ, ਇਨਫੈਕਟ ਉਹ ਕਾਵਰਡ ਹੁੰਦੇ ਨੇ, ਨਹੀਂ ਤਾਂ ਬਹੁਤਿਆਂ ਨੂੰ ਲੱਗਦਾ ਕਿ ਜੀ ਬੁਲੀ
ਬੜਾ ਤਾਕਤਵਰ, ਬੜਾ ਬਦਮਾ, ਉਹਨਾਂ ਦਾ ਦੀ ਜ਼ਹਿਨੀਅਤ ਜਾਂ ਉਹਨਾਂ ਦਾ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ। ਔਰ ਉਸ 'ਚੋਂ ਹੀ ਇਹੀ ਕਾਰਨ ਹੈ ਕਿ ਜਦੋਂ ਤੁਸੀਂ ਬੁਲੀ ਨੂੰ ਇੱਕ ਵਾਰ ਚੈਲੰਜ ਕਰ ਦਿੰਦੇ ਹੋ, ਉਸ ਨੂੰ ਜਿਹੜਾ ਉਹ ਇੱਕ ਵਾਰੀ ਟਿਕਾਣੇ ਲਾ ਦਿੰਦੇ ਹੋ, ਉਹ ਫਿਰ ਇਲਾਕੇ 'ਚੋਂ ਵੀ ਦੌੜ ਜਾਂਦਾ ਹੈ ਤਾਂ ਉਹ ਸਾਰਿਆਂ ਨੂੰ ਹੀ ਛੱਡ ਜਾਂਦਾ ਹੈ, ਉਹਨੂੰ ਫੇਸ ਹੀ ਨਹੀਂ ਕਰ ਸਕਦਾ। ਇਹ ਵੀ ਉਸ ਹਿਊਮਨ ਸਾਈਕੋਲੋਜੀ ਦਾ ਹੀ ਹਿੱਸਾ ਹੈ। ਔਰ ਇਹ ਈਵਨ ਮੈਂ ਪਿਛਲੇ ਦਿਨਾਂ 'ਚ ਕਿਤੇ ਡਿਸਕਸ਼ਨ 'ਚ ਗੱਲ ਕੀਤੀ, ਮੈਂ ਕਿਹਾ ਕਿ ਵੀ ਇਹ ਖੁਸ਼ਵੰਤ ਸਿੰਘ ਨੇ ਕਿਤੇ ਲਿਖਿਆ, ਮੇਨਕਾ ਗਾਂਧੀ, ਇੰਦਰਾ ਗਾਂਧੀ ਦੀ ਨੌਂ, ਸਿੱਖ ਬੈਕਗਰਾਊਂਡ ਦੀ, ਕਰਨਲ ਆਨੰਦ ਉਹਦਾ ਪਿਓ ਸੀ। ਔਰ ਉਹ ਇੰਦਰਾ ਗਾਂਧੀ ਪਸੰਦ ਨਹੀਂ ਸੀ ਕਰਦੀ, ਵੈਸੇ ਹੀ ਸੰਜੇ ਗਾਂਧੀ ਨੇ ਮਰਜ਼ੀ ਨਾਲ ਵਿਆਹ ਕੀਤਾ ਸੀ। ਔਰ ਇਹ ਜਦੋਂ ਉਹਦੀ ਬਣਦੀ ਤਾਂ ਨਹੀਂ ਸੀ, ਪਰ ਉਹ ਫਿਰ ਵੀ ਕੋਸ਼ਿਸ਼ ਕਰਦੀ ਸੀ ਕਿ ਵੀ ਮੈਂ ਐਡਜਸਟ ਹੋਵਾਂ ਘਰ ਦੇ ਵਿੱਚ। ਪਰ ਇੱਕ ਵਾਰ ਐਸਾ ਹੋਇਆ ਕਿ ਵੀ ਕਾਫੀ ਇਹਨੇ ਇੰਦਰਾ ਗਾਂਧੀ ਨੇ ਖਲਾਰਾ ਪਾ ਲਿਆ, ਉਹਨੇ ਵੀ ਮੀਡੀਆ ਸੱਦ ਲਿਆ, ਕਿਉਂਕਿ ਮੀਡੀਆ ਪਰਸਨ ਸੀਗੀ ਮੇਨਕਾ ਗਾਂਧੀ, ਹੁਣ ਵੀ ਹੈ। ਔਰ ਉਹਦੇ 'ਚ ਜਦੋਂ ਇੰਦਰਾ ਗਾਂਧੀ ਨੇ ਕੋਈ ਉਸ ਨੂੰ ਕੋਈ ਕੌੜਾ ਲਫ਼ਜ਼ ਉਹਦੇ ਪੇਰੈਂਟਸ ਜਾਂ ਦੂਸਰੇ ਬਾਰੇ ਕਿਹਾ, ਤੇ ਉਹਨੇ ਮੇਨਕਾ ਗਾਂਧੀ ਨੇ ਉਹਨੂੰ ਅੱਗੋਂ ਕਿਹਾ ਯੂ ਬਿਚ, ਤੇ ਇੰਦਰਾ ਗਾਂਧੀ ਜਿੱਥੇ ਖੜੀ ਸੀ ਧੜਮ ਕਰਕੇ ਉੱਥੇ ਹੀ ਡਿੱਗ ਪਈ। ਹੁਣ ਜਿਹੜਾ ਇਹ ਕਿਉਂਕਿ ਖੁਸ਼ਵੰਤ ਸਿੰਘ ਦੂਰੋਂ ਨੇੜਿਓਂ ਇਹਦਾ ਮੇਨਕਾ ਗਾਂਧੀ ਦਾ ਰਿਸ਼ਤੇਦਾਰ ਵੀ ਸੀ, ਉਹਨੇ ਕਿਤੇ ਇਹ ਕੋਟ ਕੀਤਾ। ਹੁਣ ਹੁੰਦਾ ਕੀ ਹੈ ਵੀ ਇੱਕ ਪਾਸੇ ਜਦੋਂ ਇਹ ਹੋਏ ਕਿ ਜੀ ਇੱਕੋ ਹੀ ਜਿਹੜੀ ਹੈ ਉਹ ਮੰਤਰੀ ਹੈ, ਬਾਕੀ ਤਾਂ ਸਾਰੇ ਸੰਤਰੀ ਨੇ, ਔਰ ਇੱਧਰ ਮੈਡਮ ਜਿਹੜਾ ਉਹ ਮੂੰਹ ਸੁੱਕਦੇ ਹੋਣ ਜਾਂ ਕਿਸੇ ਦਾ, ਉਹ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਇਸ ਕਿਸਮ ਦੀ ਜਿਹੜੀ ਤੁਸੀਂ ਕਿ ਵੀ ਜਿੱਥੇ ਤੁਸੀਂ ਡਿਸੀਡੈਂਸ ਟੋਲਰੇਟ ਹੀ ਨਹੀਂ ਕਰਨਾ ਕਿ ਵੀ ਤੁਹਾਡੇ ਘਰ 'ਚ ਤੇ ਮੀਡੀਆ ਦੇ ਸਾਹਮਣੇ ਜਾਂ ਅਦਰਵਾਈਜ਼ ਕੋਈ ਇਹ ਐਡਰੈਸ ਕਰੇ। ਸੋ ਇਹ ਵੀ ਇਹ ਉਹ ਸ਼ੋਅ ਕਰਦਾ ਵੀ ਜਿਨ੍ਹਾਂ ਨੂੰ ਇਹ ਸ਼ੋਅ ਕੀਤਾ ਜਾਂਦਾ ਹੈ ਕਿ ਜੀ ਨਰਵ ਆਫ ਸਟੀਲਸ ਔਰ ਨਰਵਸ ਆਫ ਆਇਰਨ, ਇਨਫੈਕਟ ਉਹ ਬਹੁਤ ਪੇਤਲੀ ਗਰਾਊਂਡ ਤੇ ਖੜੇ ਹੁੰਦੇ ਨੇ। ਔਰ ਬਹੁਤ ਵਾਰ ਉਹਨਾਂ ਦਾ ਅਹਿਸਾਸੇ ਕਮਤਰੀ, ਔਰ ਜਿਹੜੇ ਬੜੇ ਹੁਣਾ ਮੋਦੀ ਵਰਗਾ ਖੋਤਾ ਜਿਹੜਾ ਐਨ ਕਦੇ ਬ੍ਰਾਂਡਡ ਗੋਗਲਸ ਵੀ ਲਾਏ ਨੇ, ਪੈਨ ਵੀ ਫੜਿਆ, ਅਚਕਨ ਵੀ ਪਾਈ ਹੈ, ਸੂਟ ਬਣਾਇਆ ਪਤਾ ਨਹੀਂ ਕਿੰਨੇ ਲੱਖ ਦਾ, ਉਹਦੇ ਤੇ NM ਲਿਖਿਆ, ਨਰਿੰਦਰ ਮੋਦੀ, ਇਹ ਸਾਰੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਨੇ। ਔਰ ਜਿਹੜੇ ਆਪਣੇ ਆਪ ਨੂੰ ਸੁਪੀਰੀਅਰ ਦੱਸ ਰਹੇ ਹੁੰਦੇ ਨੇ, ਇਨਫੈਕਟ ਉਹ ਇਨਫੀਰੀਅਰਿਟੀ ਕੰਪਲੈਕਸ, ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ ਨੇ। ਹੁਣ ਮੈਂ ਇੰਨੀ ਲੰਬੀ ਚੌੜੀ ਭੂਮਿਕਾ ਇਸ ਲਈ ਬੰਨੀ ਹੈ ਕਿ ਜਿਹੜਾ ਭਾਰਤੀ ਇੱਕ ਤਾਂ ਇਹਨਾਂ ਨੇ ਪਹਿਲਾਂ ਖੁਦ ਹੀ ਪ੍ਰਾਚੀਨ ਭਾਰਤ, गौरव हमारी फौज, हमने पाकिस्तान के 2 टुकड़े किए 1971 में, अब पाकिस्तान के 4 करोगे तुम, इस ਸਾਰੇ ਆਪਣੇ ਝੂਠ ਦੇ ਵਿੱਚ ਜਿਹੜੇ ਜੀ ਰਹੇ ਸੀ। ਔਰ ਇਹਨਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਵੀ ਅਸੀਂ ਭਾਰਤ ਦੇ ਲੋਕਾਂ ਨੂੰ ਔਰ ਇੰਟਰਨੈਸ਼ਨਲੀ, ਕਿਉਂਕਿ ਵੱਡਾ ਥਾਣੇਦਾਰ ਸਾਡਾ ਯਾਰ ਹੈ ਅਮਰੀਕਾ, ਔਰ ਦੂਜਾ ਬੇਸ਼ੱਕ ਟਰੰਪ ਨੇ ਤਾਂ ਪਿਛਲੇ 8-9 ਮਹੀਨੇ ਤੋਂ ਡਿਸਟੈਂਸ ਵਾਲੀ ਲਾਈਨ ਲਈ ਹੋਈ ਸੀਗੀ, ਲੇਕਿਨ ਉਹਨਾਂ ਨੂੰ ਇਹ ਸੀ ਕਿ ਫਾਲਸ ਫਲੈਗ ਕਰਕੇ ਪਾਕਿਸਤਾਨ ਨੂੰ ਇੱਕ ਵਾਰੀ ਜਿਹੜਾ ਦਬਲਣਾ। ਫਾਲਸ ਫਲੈਗ ਤਾਂ ਕਰ ਲਿਆ, ਕੋਈ ਸਬੂਤ ਨਹੀਂ, ਕੋਈ ਗੱਲ ਨਹੀਂ, ਇੱਕਦਮ ਪਾਕਿਸਤਾਨ ਦੇ ਸਿਰ ਉਹਦਾ ਇਲਜ਼ਾਮ ਵੀ ਦੇ ਦਿੱਤਾ। ਲੇਕਿਨ ਜਦੋਂ 7, 8, 9, 10 ਮਈ ਨੂੰ ਜਿਹੜਾ 4 ਦਿਨਾਂ ਦੇ ਵਿੱਚ ਜਲਵਾ ਹੋਇਆ, ਉਸ ਦੀ ਚੀਸ, ਪੀੜ, ਜ਼ਖਮ ਅਜੇ ਵੀ ਅੱਲੇ ਨੇ, ਜਾਂ ਉਹਨਾਂ ਨੂੰ ਕਹੋ ਜੀ ਵੀਪਿੰਗ ਵੂੰਡਸ ਨੇ, ਜ਼ਖਮ ਰਿਸ ਰਹੇ ਨੇ। ਲੇਕਿਨ ਰਿਪੀਟਡਲੀ ਇਹਨਾਂ ਦੀ ਲੀਡਰਸ਼ਿਪ ਵੀ ਔਰ ਫੌਜੀ ਜਨਰਲ, ਮੈਨੂੰ ਇਹ ਲੱਗਦਾ ਵੀ ਜਿਸ ਕਿਸਮ ਦੀ ਇਸ ਵੇਲੇ ਤਾਕਤ ਦੇ ਨਾਲ ਉਹਨਾਂ ਦਾ ਇਹ ਚੀਫ ਆਫ ਡਿਫੈਂਸ ਸਟਾਫ ਜਿਹੜਾ ਹੈ ਮਿਸਟਰ ਉਪਿੰਦਰ ਦਵਿਵੇਦੀ ਜਿਹੜਾ ਇਹ ਬੋਲ ਰਿਹਾ, ਇਹ ਤਾਂ ਕਿਤੇ ਨਾ ਇਹ ਨਾ ਹੋਏ ਕਿ ਵੀ ਅਲਟੀਮੇਟਲੀ ਚਲੋ ਪਾਕਿਸਤਾਨ ਨੇ ਤਾਂ ਅਮੈਂਡਮੈਂਟ ਆਪਣੀ 27 ਕਿ ਕਿੰਨੀ ਕਰਕੇ ਉਹ ਤਾਂ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਫੌਜੀ ਚੀਫ ਫੀਲਡ ਮਾਰਸ਼ਲ ਤੈਅ ਜ਼ਿੰਦਗੀ ਰਹਿਣਗੇ। ਔਰ ਪਾਕਿਸਤਾਨ ਦੇ 78 ਸਾਲਾ ਉਸ ਦੀ ਹੋਂਦ ਦੇ ਵਿੱਚ ਵੀ ਆਲਮੋਸਟ ਅੱਧਾ ਟਾਈਮ ਸਿੱਧੇ ਤੌਰ ਦੇ ਉੱਤੇ ਹੀ ਫੌਜੀ ਚੀਫ ਰਹੇ ਨੇ। ਔਰ ਸਿਵਲੀਅਨ ਗਵਰਨਮੈਂਟਸ ਵੀ ਜਿਹੜੀਆਂ ਨੇ ਉਹ ਉਹਨਾਂ ਦੇ ਇੱਕ ਸਿਸਟਮ ਹੈ, ਉਹ ਤੁਰਕੀਆ ਟਾਈਪ ਉਹਨਾਂ ਨੇ ਬਣਾ ਲਿਆ ਹੈ, ਜਾਂ ਅਦਰਵਾਈਜ਼ ਲੌਂਗ ਟਰਮ ਜਿਹੜਾ ਉਹ ਘੱਟੋ ਘੱਟ ਡਿਫੈਂਸ ਮਿਨਿਸਟਰੀ, ਫੋਰਨ ਮਿਨਿਸਟਰੀ, ਇਸ ਦੇ ਉੱਤੇ ਜਿਹੜਾ ਉਹਨਾਂ ਦਾ ਰਹੇਗਾ ਪਾਰਟ। ਔਰ
ਇਹ ਹਰ ਇੱਕ ਮੁਲਕ ਨੇ ਆਪੋ ਆਪਣੀ ਲੋੜ ਮੁਤਾਬਕ ਦੇਖਣਾ ਵੀ ਉਹਨੂੰ ਕੀ ਚਾਹੀਦਾ ਲੇਕਿਨ ਇਹ ਜਿਹੜਾ ਭਾਰਤ ਜਮਹੂਰੀਅਤ ਦਾ ਡਰਮ ਜਿਹੜਾ ਉਹ ਠੋਕਦਾ ਹੈ, ਉਸ ਦਾ ਢੋਲ ਵਜਾਉਂਦਾ ਹੈ, ਮੈਨੂੰ ਇਹ ਲੱਗਦਾ ਵੀ ਇਹ ਕਿਤੇ ਇਸ ਕਰੀਬ ਤੇ ਨਹੀਂ ਆ ਗਿਆ ਵੀ ਫੌਜ ਨੇ ਹੀ ਜਿਹੜਾ ਉਹ ਅਲਟੀਮੇਟਲੀ ਹੁਣ ਰਨ ਕਰਨਾ ਹੈ ਮੁਲਕ। ਇੱਕ ਤਾਂ ਟਰਮ ਇਹ ਯੂਜ਼ ਹੋ ਰਹੀ ਹੈ ਕਿ ਫੌਜ ਦਾ ਭਗਵਾਕਰਨ ਹੋ ਗਿਆ। ਮੈਨੂੰ ਲੱਗਦਾ ਉਹ ਤਾਂ ਭਗਵਾਕਰਨ 2014 ਤੋਂ ਹੀ ਸ਼ੁਰੂ ਹੋ ਗਿਆ ਸੀ। ਹੁਣ ਕਾਫੀ ਹੱਦ ਤੱਕ ਉਹ ਭਗਵਾਕਰਨ ਤਾਂ ਹੋਇਆ ਹੀ ਹੋਇਆ, ਪਰ ਇਸ ਵੇਲੇ ਉਹਨਾਂ ਦੇ ਸਿਆਸੀ ਲੀਡਰ ਜਿਹੜੇ ਨੇ ਉਹਨਾਂ ਨਾਲੋਂ ਵੀ ਜਿੰਨੀ ਤਿੱਖੀ ਸੁਰ ਫੌਜੀ ਚੀਫ ਦੀ ਪੋਲੀਟੀਕਲ ਸਟੇਟਮੈਂਟਸ ਦੇ ਉੱਤੇ ਹੈ, ਇਹ ਕਾਬੂਓਂ ਬਾਹਰ ਹੋ ਰਿਹਾ ਕੰਮ। ਲੇਕਿਨ ਜਿਹੜਾ ਬਾਰ-ਬਾਰ ਉਹਨਾਂ ਦਾ ਇੱਕ ਡਰ ਹੈ, ਜਿਹੜਾ 7, 8, 9, 10 ਮਈ ਨੂੰ ਪਾਕਿਸਤਾਨ ਨੇ ਜਿਹੜਾ ਇਹਨਾਂ ਨੂੰ ਡੂੰਘੀ ਸੱਟ ਲਾਈ ਹੈ, ਜਿਹੜੀ ਰਿਸ ਰਹੀ ਹੈ, ਉਸ ਚੋਂ ਨਿਕਲਦੇ ਇਹ ਕਹਿੰਦੇ ਨੇ ਦੇਖੋ हमने ऑपरेशन संदूर में पाकिस्तान को सबक सिखाया। लेकिन ਤੁਸੀਂ ਦੂਸਰੇ ਪਾਸੇ ਦੇਖੋ ਇਹ ਸਾਰੇ ਤੋਂ ਬਾਅਦ ਮੋਦੀ ਔਰ ਐਸ ਜੈ ਸ਼ੰਕਰ ਔਰ ਅਮਿਤ ਸ਼ਾਹ ਇਹਨਾਂ ਸਾਰਿਆਂ ਦੇ ਬਿਆਨ ਸੀ ਕਿ ਹੁਣ ਅਸੀਂ ਇੱਕ ਨਿਊ ਨਾਰਮ ਸਥਾਪਿਤ ਕਰ ਦਿੱਤਾ ਹੈ। ਔਰ ਨਿਊ ਨਾਰਮ ਦਾ ਮਤਲਬ ਹੈ ਕਿ ਕੋਈ ਦਹਿਸ਼ਤਗਰਦ ਹਮਲਾ ਹੋਇਆ ਉਹਨੂੰ ਅਸੀਂ ਐਕਟ ਆਫ ਵਾਰ ਮੰਨਾਂਗੇ ਔਰ ਵਾਪਸ ਜਿਹੜਾ ਅਸੀਂ ਹਮਲਾ ਕਰਾਂਗੇ। ਲੇਕਿਨ ਹੁਣ ਆ ਦਿੱਲੀ ਬਲਾਸਟ ਜਿਹਦੇ ਥੱਲੇ ਜਿਹਨੂੰ ਵਾਈਟ ਕਾਲਰ ਟੈਰਰਿਜ਼ਮ ਕਹਿ ਰਹੇ ਨੇ, ਪਹਿਲੀਆਂ ਖਬਰਾਂ ਜੈਸ਼-ਏ ਮੁਹੰਮਦ ਨਾਲ ਜੋੜੀਆਂ ਇੱਧਰ ਉੱਧਰ, ਪਰ ਪਾਕਿਸਤਾਨ ਦਾ ਨਾਂ ਨਹੀਂ ਲਿਆ। ਆਪਣੇ ਗੋਦੀ ਮੀਡੀਆ ਨੂੰ ਵੀ ਕਿਹਾ ਨਾ ਕਿਉਂਕਿ ਫਿਰ ਤਾਂ ਐਕਟ ਆਫ ਵਾਰ ਵੀ ਆਓ ਮੈਦਾਨ। ਸੋ ਇੱਕ ਪਾਸੇ ਤਾਂ ਇਹ ਹੈ ਕਿ ਇਸ ਕਦਰ ਖੌਫਜ਼ਦਾ ਨੇ ਕਿ ਇਹਨਾਂ ਨੂੰ ਪਤਾ ਹੈ ਕਿ ਵੀ ਅਜੇ ਤਾਂ ਫੈਂਟੀ ਪਈ ਚੜੀ ਹੈ, ਜੋ ਜੇ ਹੁਣ ਕੁਛ ਕੀਤਾ ਤੇ ਸ਼ਾਇਦ ਜਿਹੜਾ ਮਾੜਾ ਮੋਟਾ ਭਰਮ ਰਹਿ ਗਿਆ ਜਿਹੜਾ ਟਰੰਪ ਨੇ ਟਰੰਪ ਜਿਹੜਾ ਕਰਾਊਨ ਪ੍ਰਿੰਸ ਸਾਊਦੀ ਅਰੇਬੀਆ ਦਾ ਜੋ ਓਵਲ ਆਫਿਸ ਸੀ ਉਹਦੀ ਪ੍ਰੈਜ਼ੈਂਸ 'ਚ ਵੀ ਇਹ ਕਿਹਾ ਕਿ ਵੀ ਮੈਂ 8 ਜੰਗਾਂ ਰੁਕਵਾਈਆਂ ਨੇ ਜਿਨ੍ਹਾਂ ਦੇ ਵਿੱਚ ਭਾਰਤ ਪਾਕਿਸਤਾਨ ਦਾ ਜਿਹੜਾ ਨਹੀਂ ਤਾਂ ਬਹੁਤ ਤਬਾਹੀ ਹੋਣੀ ਸੀ। ਹੁਣ ਉੱਥੇ ਤਾਂ ਇਹਨਾਂ ਦਾ ਮੂੰਹ ਨਹੀਂ ਖੁੱਲਦਾ ਕਿਉਂਕਿ ਜਦੋਂ ਕੁੱਟ ਪਈ ਇਹਨਾਂ ਨੇ ਅਮਰੀਕਾ ਦੇ ਤਰਲੇ ਕੀਤੇ ਕਿ ਜੀ ਕੁਝ ਜਿਵੇਂ ਕਾਰਗਿਲ ਦੇ ਵਿੱਚ ਵੀ ਵਾਜਪਾਈ ਨੇ ਕਲਿੰਟਨ ਨੂੰ ਕਿਹਾ ਸੀ ਕਿ ਜੀ ਰੁਕਵਾਓ ਇਸ ਸਾਰੇ ਨੂੰ, ਉਹਨੇ ਨਵਾਜ਼ ਸ਼ਰੀਫ ਨੂੰ ਸੱਦਿਆ ਔਰ ਫਿਰ ਪਾਕਿਸਤਾਨ ਨੇ ਵਿਦਡਰਾ ਕੀਤਾ। ਸੋ ਇਸ ਸਾਰੇ ਦੇ ਚਲਦੇ ਮੈਂ ਇਹੀ ਸਟੇਟਮੈਂਟ ਜਿਹੜੀ ਇਹਨਾਂ ਦਾ ਇੰਡੀਆ ਜਿਹੜਾ ਆਰਮੀ ਚੀਫ ਹੈ ਉਹ ਸਟੇਟਮੈਂਟ ਦੇ ਰਿਹਾ। ਜਨਰਲ ਉਪਿੰਦਰ द्विवेदी ਨਵੰਬਰ 17 ਨੂੰ ਨੇ ਜਿਹੜੇ ਨੇ ਇਹ ਇੱਕ ਥਾਂ ਤੇ ਡਿਸਕਸ ਕਰ ਰਿਹਾ ਸੀ ਤੇ ਉੱਥੇ ਕਹਿ ਰਿਹਾ ਕਿ ਜੀ ਸਾਡੇ ਹੁਣ ਇੰਡੀਆ ਦੇ ਚਾਈਨਾ ਦੇ ਨਾਲ ਜਿਹੜੇ ਰਿਲੇਸ਼ਨਸ਼ਿਪ ਹੈ ਉਹ ਬਹੁਤ ਇੰਪਰੂਵ ਹੋਈ ਹੈ। ਇੰਨੀ ਵਾਰੀ ਮੀਟਿੰਗਸ ਹੋਈਆਂ ਉਹਦੀਆਂ ਮੋਦੀ ਔਰ ਸ਼ੀ ਜਿਨਪਿੰਗ ਦੀਆਂ, ਔਰ ਹੁਣ ਅਸੀਂ ਜਿਹੜਾ ਇਹ ਬੈਨੀਫੀਸ਼ੀਅਲ ਫॉर ਇੰਡੀਆ ਇਹ ਉਹ ਹੈ। ਫਿਰ ਉਹਨੇ ਕਿਹਾ ਕਿ ਵੀ ਅਸੀਂ ਜਿਹੜੇ ਨੇ referring to India's military preparedness, Army Chief said Operation Sandoor was just a trailer that ended in 88 hours। ਕਿ ਜੀ ਇਹ ਜਿਹੜਾ ਪਾਕਿਸਤਾਨ ਨੂੰ ਅਸੀਂ ਦਿਖਾਇਆ 88 ਘੰਟੇ ਦਾ ਇਹ ਸਿਰਫ ਟ੍ਰੇਲਰ ਸੀ। India is ready for any future scenario. If Pakistan gives a chance, we will teach it how to behave responsibly with a neighboring nation। ਕਿ ਜੇ ਹੁਣ ਸਾਨੂੰ ਪਾਕਿਸਤਾਨ ਨੇ ਕੋਈ ਮੌਕਾ ਦਿੱਤਾ ਤੇ ਅਸੀਂ ਉਹਨਾਂ ਨੂੰ ਸਬਕ ਸਿਖਾਵਾਂਗੇ ਤੇ ਦੱਸਾਂਗੇ ਕਿ ਭਾਈ ਜਿਹੜਾ ਕਿਵੇਂ ਜਿਹੜਾ ਇੱਕ ਗਵਾਂਢੀ ਮੁਲਕ ਵਾਂਗ ਰਹੀਦਾ। ਔਰ ਇਹ ਨਾਲ ਦੀ ਨਾਲ ਉਹਨੇ ਪੋਲੀਟੀਕਲ ਸਟੇਟਮੈਂਟ ਜਦੋਂ ਮੈਂ ਕਿਹਾ ਵੀ ਇਹ ਤਾਂ ਫੌਜ ਟੇਕ ਓਵਰ ਵਾਲਾ ਕੰਮ ਹੀ ਲੱਗਦਾ ਉਹਨੇ ਉਹਦੇ 'ਚ ਕਹਿ ਰਿਹਾ ਕਿ ਸਿਕਿਉਰਿਟੀ ਸਿਚੁਏਸ਼ਨ ਜੰਮੂ ਕਸ਼ਮੀਰ ਬਾਰੇ ਉਹਨੇ ਕਿਹਾ ਜੀ ਹੁਣ ਟੈਰਰਿਸਟ ਇਨਸੀਡੈਂਟਸ ਘਟ ਗਈਆਂ ਨੇ ਜਦੋਂ ਦਾ ਅਸੀਂ ਆਰਟੀਕਲ 370 ਖਤਮ ਕੀਤਾ। ਫਿਰ ਉਹ ਕਹਿ ਰਿਹਾ ਟਾਕਸ ਐਂਡ ਟੈਰਰ ਕਾਂਟ ਗੋ ਟੂਗੈਦਰ, blood and water cannot flow together. We are committed to a peaceful process and we will cooperate with it. Until then, we will treat terrorists and their sponsors alike. ਹੁਣ ਇਹ ਸਟੇਟਮੈਂਟ ਫੌਜੀ ਚੀਫ ਦੇ ਰਿਹਾ ਕਿ ਜੀ blood and water can't flow together, ਇਹ ਤਾਂ ਪੋਲੀਟੀਕਲ ਸਟੇਟਮੈਂਟ ਟੋਟਲੀ। ਸੋ ਇਹਦੇ ਤੋਂ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੇ ਫਿਰ ਇਕੱਲਾ ਇੱਥੇ ਨਹੀਂ ਰੁਕਿਆ, ਮਨੀਪੁਰ ਦਾ ਉੱਤੇ ਵੀ ਉਹਨੇ ਕਮੈਂਟ ਕੀਤਾ ਕਿ ਜੀ ਇਹ ਜਿਹੜੀ ਮਨੀਪੁਰ 'ਚ ਹੋਇਆ ਇਹ ਬਹੁਤ ਦੁਖਦਾਈ ਹੈ, ਟਰਬਲ। ਪਰ ਜਦੋਂ ਦਾ ਅਸੀਂ ਉੱਥੇ ਪ੍ਰੈਜ਼ੀਡੈਂਟ ਰੂਲ ਲਾਇਆ ਫਰਵਰੀ 2025 ਤੋਂ ਇੰਪੋਜ਼ ਕੀਤਾ, ਵੀ ਹੈਵ ਸੀਨ ਗ੍ਰੇਟਰ ਟਰਸਟ ਅਮੰਗ ਪੀਪਲ ਐਂਡ ਇਨ ਦਾ ਗਵਰਨਮੈਂਟ। ਬਿਲਕੁਲ ਝੂਠ। ਸੋ ਇਸ ਸਾਰੇ ਦੇ ਚਲਦਿਆਂ ਮੈਨੂੰ ਲੱਗਦਾ ਹੈ ਵੀ ਇਹ ਸ਼ਰਾਰਤ ਕਰਨ ਦੇ ਮੂਡ 'ਚ ਵੀ ਨੇ ਕਿਉਂਕਿ ਇੱਕ ਪਾਸੇ
ਇਹ ਵੀ ਖਬਰ ਹੈ ਕਿ ਅਫਗਾਨ ਟ੍ਰੇਡ ਮਿਨਿਸਟਰ ਨੂਰੂਦੀਨ ਅਜ਼ੀਜ਼ੀ ਟੂ ਬਿਗਨ 5-day ਇੰਡੀਆ ਵਿਜ਼ਿਟ ਫਰੋਮ ਟੁਮਾਰੋ। ਹੁਣ ਅਸੀਂ ਦੇਖਦੇ ਹਾਂ ਕਿ ਉਹ ਮੁਤੱਕੀ ਫੋਰਨ ਮਿਨਿਸਟਰ ਦਿੱਲੀ 'ਚ ਬੈਠਾ ਸੀ ਤੇ ਜੋ ਕੁਝ ਅਫਗਾਨਿਸਤਾਨ ਪਾਕਿਸਤਾਨ ਬਾਰਡਰ ਤੇ ਤਹਿਰੀਕੇ ਤਾਲਿਬਾਨ ਵਾਲੇ ਕਰ ਰਹੇ ਸੀ, ਪਾਕਿਸਤਾਨ ਨੇ ਠੋਕਿਆ ਜਾ ਕੇ ਅੰਦਰ। ਬਿਲਕੁਲ। ਹੁਣ ਅਜੇ ਕੁਝ ਹਫ਼ਤੇ ਬੀਤੇ ਨੇ ਇਸ ਨੂੰ, ਤੇ ਹੁਣ ਜਿਹੜਾ ਅਫਗਾਨਾਂ ਦਾ ਜਿਹੜਾ ਤਾਲਿਬਾਨ ਰਜੀਮ ਦਾ ਟ੍ਰੇਡ ਮਿਨਿਸਟਰ ਹੈ ਨੂਰੂਦੀਨ ਅਜ਼ੀਜ਼ੀ, ਉਹ 5 ਰੋਜ਼ਾ ਦੌਰੇ ਦੇ ਉੱਤੇ ਆ ਰਿਹਾ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਵਿਦਨ ਇਹ ਤਾਂ ਹੁਣ ਡੇਅਰ ਨਹੀਂ ਕਰਨਗੇ ਕਿ ਸਿੱਧਾ ਅਟੈਕ ਕਰਨ, ਪਰ ਇਹਨਾਂ ਨੇ ਜਿਹੜਾ ਪ੍ਰੋਕਸੀ ਵਾਰ ਥਰੂ ਤਾਲਿਬਾਨ ਰਜੀਮ ਸ਼ੁਰੂ ਕੀਤੀ ਹੋਈ ਹੈ ਉਹਦੀ ਇਹ ਕੰਟੀਨਿਊਟੀ ਕਰਨਗੇ। ਇਹਨਾਂ ਨੂੰ ਟ੍ਰੇਡ ਵਜ਼ੀਰ ਕਾਹਦੇ ਨੇ ਸਾਰੇ ਜਿਹੜੇ ਨੇ, ਉਹ ਤਾਂ UN ਦੀ ਦਹਿਸ਼ਤਗਰਦ ਲਿਸਟ ਦੇ ਉੱਤੇ ਨੇ, ਲੇਕਿਨ ਇਹਨਾਂ ਨੂੰ ਇਹ ਜਿਹੜਾ ਚੰਗਾ ਫੰਡ ਕਰ ਰਹੇ ਨੇ ਔਰ ਇਹ ਸਮਝਦੇ ਨੇ ਕਿ ਭਾਈ ਸਾਡੇ ਵੱਸ ਦਾ ਰੋਗ ਨਹੀਂ ਹੈ ਪਾਕਿਸਤਾਨ ਨੂੰ ਹੈਂਡਲ ਕਰਨਾ। ਸੋ ਉਹਦਾ ਜਿਹੜਾ ਪ੍ਰੋਕਸੀ ਦੇ ਤੌਰ ਤੇ ਇਹਨਾਂ ਨੂੰ ਵਰਤੋ, ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰੋ, ਅਨਸਟੇਬਿਲਿਟੀ ਕਰੋ, ਬਲੂਚਿਸਤਾਨ 'ਚ ਕਰੋ, ਸਿੰਧ ਦੇ ਵਿੱਚ ਕਰੋ, ਔਰ ਉਸ ਲਾਈਨ ਦੇ ਉੱਤੇ ਹੀ ਇਹ ਕੰਮ ਕਰ ਰਹੇ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।